ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਗੱਲ ਯੂਕੇ ਦੀ ਕਰਨ ਜਾ ਰਹੇ ਹਾਂ। ਸਟੱਡੀ ਵੀਜ਼ਾ ਅਪਡੇਟਸ ਦੀ ਤਾਂ ਗੱਲ ਕਰਦੇ ਹੀ ਆਪਾਂ ਹਰ ਵਾਰੀ, ਤੇ ਅੱਜ ਆਪਾਂ ਖਾਸ ਤੌਰ ਤੇ ਯੂਕੇ ਦਾ ਜਿਹੜਾ ਇੱਕ ਯੂਥ ਮੋਬਿਲਿਟੀ ਸਕੀਮ ਹੈ ਉਸ ਦੇ ਉੱਪਰ ਡਿਸਕਸ ਕਰਨ ਜਾ ਰਹੇ ਹਾਂ। ਤੁਹਾਨੂੰ ਬਹੁਤ ਇੱਕ ਨਵੀਂ ਚੀਜ਼ ਦੱਸਣ ਜਾ ਰਹੇ ਹਾਂ। 28 ਫਰਵਰੀ ਤੋਂ 2 ਮਾਰਚ ਦੇ ਵਿੱਚ ਇਸ ਸਕੀਮ ਦੇ ਤਹਿਤ ਤੁਸੀਂ ਅਪਲਾਈ ਕਰ ਸਕਦੇ ਹੋ। ਕੌਣ ਅਪਲਾਈ ਕਰ ਸਕਦਾ ਹੈ, ਕਿਵੇਂ ਅਪਲਾਈ ਕਰ ਸਕਦਾ ਹੈ, ਕੀ ਪ੍ਰੋਸੈਸ ਹੈ, ਇਹ ਸਾਰਾ ਕੁਝ, ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਅੱਜ ਸਾਂਝੀ ਕਰਨਗੇ ESS ਗਲੋਬਲ ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸੋ ਬਿਨਾਂ ਦੇਰ ਕੀਤੇ ਜ਼ਰੂਰ ਚਾਹਾਂਗੀ ਕਿ ਇਹ ਜਿਹੜੀ ਨਵੀਂ ਸਕੀਮ ਹੈ ਯੂਥ ਮੋਬਿਲਿਟੀ ਸਕੀਮ ਯੂਕੇ ਨੂੰ ਲੈ ਕੇ, ਤੇ ਇਹਦੇ ਉੱਪਰ ਪੂਰਾ ਅਪਡੇਟ ਜ਼ਰੂਰ ਦਿਓ ਤਾਂ ਕਿ ਸਾਰੇ ਦਰਸ਼ਕ, ਸਾਰੇ ਸਟੂਡੈਂਟਸ ਡਿਟੇਲ ਵਿੱਚ ਹਰ ਇਨਫੋਰਮੇਸ਼ਨ ਸਮਝ ਸਕਣ। ਦੇਖੋ, ਇਹ ਸਕੀਮ ਦੀ ਜਿਹੜੀ ਵੇਟ ਹੈ ਉਹ ਸ਼ਾਇਦ 1 ਸਾਲ ਤੋਂ ਹੋ ਰਹੀ ਸੀਗੀ। ਜਦ ਇੰਡੀਕੇਸ਼ਨ ਆਣੇ ਸ਼ੁਰੂ ਹੋਏ, ਅੱਜ ਤੋਂ 10-11 ਸਾਲ ਪਹਿਲਾਂ ਵਰਕਿੰਗ ਹੌਲੀਡੇ ਮੇਕਰ ਇੱਕ ਵੀਜ਼ਾ ਚੱਲਿਆ ਸੀਗਾ ਇੰਡੀਆ ਵਾਸਤੇ ਯੂਕੇ ਤੋਂ। ਉਹਦੀ ਇੱਕ ਰੀਵੈਂਪਿੰਗ ਸਕੀਮ ਆਂਦੀ ਪਈ ਹੈ ਇੰਡੀਆ ਦੇ ਵਿੱਚ ਵਿਦ ਦ ਨੇਮ ਆਫ ਯੂਥ ਮੋਬਿਲਿਟੀ ਸਕੀਮ। ਬਾਰ-ਬਾਰ ਟਾਕਸ ਵਿੱਚ ਆਈ, ਬਾਰ-ਬਾਰ ਰਹਿ ਜਾਂਦੀ ਸੀ, ਬਾਰ-ਬਾਰ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਦੋਨੋਂ ਗਵਰਨਮੈਂਟ ਦੀਆਂ, ਇੰਪਲੀਮੈਂਟ ਨਹੀਂ ਹੋ ਪਾਈਆਂ ਸੀਗੀਆਂ। ਤਾਂ ਵਿਦ ਅ ਸਡਨ ਮੂਵ 2 ਦਿਨ ਪਹਿਲਾਂ 3 ਦਿਨ ਪਹਿਲਾਂ ਇਹਨਾਂ ਦਾ ਵੈਬਸਾਈਟ ਤੇ ਆ ਜਾਂਦਾ ਵੀ ਯੂਥ ਮੋਬਿਲਿਟੀ ਸਕੀਮ ਫॉर ਇੰਡੀਆ ਬੈਲਟ ਇਜ਼ ਓਪਨ ਫਰਮ 28 ਫਰਵਰੀ 2:30 ਵਜੇ ਟਿਲ 2 ਮਾਰਚ 2:30 ਵਜੇ। ਹੁਣ ਇਹ ਵੀਜ਼ਾ ਕੰਮ ਕਿਵੇਂ ਕਰਦਾ ਹੈ ਤੇ ਦੇਸੀ ਭਾਸ਼ਾ 'ਚ ਵੀਜ਼ਾ ਹੈ ਕੀ? ਇਹ ਵੀਜ਼ਾ ਹੈਗਾ 2 ਸਾਲ ਦਾ ਵਰਕ ਪਰਮਿਟ ਉਹਨਾਂ ਐਪਲੀਕੈਂਟ ਵਾਸਤੇ ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 30 ਸਾਲ ਦੀ ਹੈਗੀ ਹੈ, ਜਿਨ੍ਹਾਂ ਕੋਲ ਘੱਟੋ ਘੱਟ ਲੈਵਲ 6 ਦੈਟ ਇਜ਼ ਗ੍ਰੈਜੂਏਸ਼ਨ ਹੈਗੀ ਹੈ। ਆਜ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ। 2530 ਪਾਉਂਡ ਉਹ ਆਪਣੇ ਖਾਤੇ 'ਚ ਦਿਖਾ ਸਕਦੇ ਆ, ਤਕਰੀਬਨ $3.25 ਲੱਖ ਰੁਪਇਆ ਜਿਹਨੂੰ ਆਪਾਂ ਕੈਲਕੂਲੇਟ ਕਰੀਏ ਤਾਂ। PCC ਸਬਮਿਟ ਹੋਣੀ ਹੈ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਵਾਲੀ, ਪਲੱਸ ਤੁਹਾਡਾ TB ਦਾ ਸਰਟੀਫਿਕੇਟ ਜਮ੍ਹਾਂ ਹੋਣਾ ਤੁਹਾਡੀ ਫਾਈਲ ਦੇ ਨਾਲ। ਹੁਣ 2 ਦਿਨਾਂ ਦੇ ਵਿੱਚ ਤੁਸੀਂ ਕੁਝ ਕਾਗਜ਼ ਨਹੀਂ ਭੇਜਣਾ, ਆਪਣੀ ਡੀਟੇਲਸ ਬਣਾ ਕੇ ਭੇਜਣੀਆਂ ਨੇ ਉਹਨਾਂ ਦੀ ਗਵਰਨਮੈਂਟ ਨੂੰ ਦੈਟ ਯੈਸ ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਹਾਂ ਇਸ ਸਕੀਮ ਦੇ ਹੇਠਾਂ। ਇਹ ਜਦ ਜਿਵੇਂ ਬੈਲਟ ਬੰਦ ਹੋਊਗਾ 2 ਮਾਰਚ ਦੁਪਹਿਰੇ 2:30 ਵਜੇ, ਉਸ ਤੋਂ ਤਕਰੀਬਨ 2 ਹਫ਼ਤਿਆਂ ਦੇ ਵਿੱਚ ਉਹਨਾਂ ਨੂੰ ਇਨਵੀਟੇਸ਼ਨ ਆ ਜਾਣਗੇ ਜਿਹੜੇ ਉਹਨਾਂ ਨੇ ਸਿਲੈਕਟ ਕੀਤੇ ਹੈ। ਪਹਿਲਾ ਲਾਟ ਹੈ ਤਕਰੀਬਨ 2400 ਵੀਜ਼ਿਆਂ ਦਾ ਹੈਗਾ। ਜਿਵੇਂ ਤੁਹਾਨੂੰ ਈਮੇਲ ਆਏਗੀ, ਤੁਸੀਂ 30 ਦਿਨਾਂ ਦੇ ਅੰਦਰ ਆਪਣੇ ਪੂਰੇ ਕਾਗਜ਼ਾਂ ਦੇ ਨਾਲ 2530 ਪਾਉਂਡ ਦੀ ਸਟੇਟਮੈਂਟ, ਤੁਹਾਡਾ TB ਸਰਟੀਫਿਕੇਟ, ਤੁਹਾਡਾ PCC ਸਰਟੀਫਿਕੇਟ, ਗ੍ਰੈਜੂਏਸ਼ਨ ਦੇ ਕਾਗਜ਼, ਨਾਲੇ ਫਾਈਲ ਜਮ੍ਹਾਂ ਹੋ ਜਾਏਗੀ VFS ਦੇ ਵਿੱਚ, ਜਿਹਦੀ ਐਮਬੈਸੀ ਫੀਸ 259 ਪਾਉਂਡਸ ਹੈਗੀ ਹੈ, ਪਲੱਸ ਇੰਸ਼ੋਰੈਂਸ ਜਾਏਗੀ 940 ਪਾਉਂਡ ਦੀ। ਉਸ ਤੋਂ ਬਾਅਦ 3 ਹਫ਼ਤਿਆਂ ਦੇ ਵਿੱਚ ਜਿਹੜਾ ਰੈਗੂਲਰ ਪ੍ਰੋਸੈਸਿੰਗ ਟਾਈਮ ਹੈ ਯੂਕੇ ਦਾ, ਤੁਹਾਡਾ ਐਪਲੀਕੇਸ਼ਨ ਸਕਸੈਸਫੁਲ, ਰਿਜ਼ਲਟ ਆਊਟ, ਇੰਟਰਵਿਊ ਕਾਲਡ, ਜੋ ਹੋਣਾ ਪ੍ਰੋਸੈਸਿੰਗ ਉਸ ਤੋਂ ਬਾਅਦ ਨਿਕਲ ਕੇ ਆ ਜਾਏਗੀ। ਤਾਂ ਅਗੇਨ ਇਹ ਗੋਲਡਨ ਓਪਰਚੁਨਿਟੀ ਹੈ ਹਰੇਕ ਉਸ ਇਨਸਾਨ ਵਾਸਤੇ ਜਿਹੜਾ ਯੂਕੇ ਦੇ ਐਜੂਕੇਸ਼ਨ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ, ਜਿਹਦੇ ਕੋਲ ਵਿਦਾਊਟ ਆਇਲਸ, ਜਿਵੇਂ ਬਹੁਤ ਜਨਤਾ ਘੁੰਮਦੀ ਹੈ ਤੇ ਪੁੱਛਦੀ ਹੈ ਯੂਕੇ ਜਾਣਾ ਵਿਦਾਊਟ ਆਇਲਸ ਕਿਵੇਂ ਜਾਈਏ, ਐਵੇਂ ਵਿਦਾਊਟ ਆਇਲਸ ਯੂਕੇ ਤੁਸੀਂ ਜਾ ਸਕਦੇ ਹੋ। 18 ਤੋਂ 30 ਸਾਲ ਦੀ ਉਮਰ ਹੈ। ਇਸ 'ਚ ਇੱਕ ਚੀਜ਼ ਦੇਖਣ ਵਾਲੀ ਹੈ, ਜੇ ਤੁਸੀਂ ਮੈਰਿਡ ਹੋ ਐਂਡ ਤੁਹਾਡਾ ਬੇਬੀ 18 ਸਾਲ ਤੋਂ ਨੀਚੇ ਹੈ, ਤੁਸੀਂ ਕੁਆਲੀਫਾਈ ਨਹੀਂ ਕਰੋਗੇ, ਕਿਉਂਕਿ ਉਹਨਾਂ ਦਾ ਬੜਾ ਸਿੰਪਲ ਫਾਰਮੂਲਾ ਹੈਗਾ। ਕਿਉਂਕਿ ਤੁਸੀਂ ਨਵੇਂ ਕੰਟਰੀ ਜਾ ਕੇ ਆਪਣੇ ਵਾਸਤੇ ਨੌਕਰੀ ਲੱਭਣੀ ਹੈ, ਸਟਰਗਲ ਕਰਨਾ ਹੈ, ਬਹੁਤ ਸਾਰੇ ਫੈਕਟਰਸ ਹੁੰਦੇ ਨੇ, ਤੇ ਕਿਤੇ ਤੁਹਾਡੀ ਜੌਬ ਨਹੀਂ ਲੱਗ ਪਾਈ ਤਾਂ ਪਿੱਛੇ ਪਰਿਵਾਰ ਦਾ ਕੀ ਹੋਏਗਾ? ਕਿਉਂਕਿ ਤੁਸੀਂ ਸਿਰਫ 2530 ਪਾਉਂਡ ਦਿਖਾ ਕੇ ਜਾਣੇ ਪਏ ਹੋ, ਜੋ ਪੈਸਾ ਤੁਹਾਡੇ ਵਾਸਤੇ ਹੋਣਾ ਚਾਹੀਦਾ ਇਨੀਸ਼ੀਅਲ ਸੈਟਲਮੈਂਟ ਯੂਕੇ ਵਾਸਤੇ, ਕਿਉਂਕਿ ਤੁਸੀਂ ਕੰਮ ਤਾਂ ਕਰੋਗੇ ਉੱਥੇ ਜਾ ਕੇ, ਪਰ ਇਨੀਸ਼ੀਅਲ 1-1.5 ਜਾਂ 2 ਮਹੀਨਾ ਜਿਹੜਾ ਸਟਰਗਲ ਦਾ ਪੀਰੀਅਡ ਆਉਂਦਾ ਜੌਬ ਲੱਭਣ ਵਾਸਤੇ ਜਾਂ ਟਰੈਵਲ ਵਾਸਤੇ, ਅਕੋਮੋਡੇਸ਼ਨ ਐਂਡ ਸੋ ਆਨ, ਇੱਕ ਲਾਈਫ ਸਟਾਈਲ ਬਣਿਆ ਹਰੇਕ ਇਨਸਾਨ ਦਾ, ਉਹ ਸਫਰ ਨਹੀਂ ਹੋਣਾ ਚਾਹੀਦਾ। ਉਹ 2530 ਪਾਉਂਡ ਦਿਖਾਉਣ ਦਾ ਮਕਸਦ ਇਹ ਹੈ। ਬਟ ਅਗੇਨ ਜੇ ਬੱਚਾ ਪਿੱਛੇ ਹੈਗਾ, ਯੂ ਆਰ ਨਾਟ ਕੁਆਲੀਫਾਈਂਗ ਫॉर ਦਿਸ ਪਾਰਟਿਕੂਲਰ ਥਿੰਗ। ਜੇ ਤੁਸੀਂ ਮੈਰਿਡ ਹੋ ਤਾਂ 2 ਵੱਖਰੀਆਂ ਐਪਲੀਕੇਸ਼ਨ ਲੱਗਣਗੀਆਂ। ਬਾਈ ਡਿਫਾਲਟ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਨਹੀਂ ਜਾ ਸਕਦੇ, ਉਹ ਵੈਸੇ ਐਪਲੀਕੇਸ਼ਨ ਇਨਵੈਲਿਡ ਹੈ, ਕਿਉਂਕਿ ਇਹ 2 ਸਾਲ ਦਾ ਟੈਂਪਰੇਰੀ ਵੀਜ਼ਾ ਹੈ ਜਿੱਥੇ ਤੁਸੀਂ ਯੂਕੇ ਦਾ ਵਰਕ ਕਲਚਰ ਐਕਸਪੀਰੀਅੰਸ ਕਰੋਗੇ, ਆਪਣੇ ਲਈ 4 ਪੈਸੇ ਕਮਾਉਣ ਦੀ ਓਪਰਚੁਨਿਟੀ ਲੱਭੋਗੇ। ਤਾਂ 2 ਬੰਦਿਆਂ ਲਈ ਓਪਰਚੁਨਿਟੀ ਨਹੀਂ ਹੋ ਸਕਦੀ, ਇਹ ਬੜਾ ਕਲੀਅਰ ਹੈ ਯੂਕੇ ਗਵਰਨਮੈਂਟ। ਐਂਡ ਔਨ ਟਾਪ ਆਫ ਦੈਟ ਇੱਕ ਕੋਟੇ ਦੇ ਨਾਲ ਆਉਂਦਾ ਹੈ, ਜਿਵੇਂ ਦੱਸਿਆ 2400 ਐਪਲੀਕੈਂਟ ਦਾ ਪਹਿਲਾ ਕੋਟਾ ਹੋਏਗਾ ਫਰਵਰੀ ਦਾ। ਅਗਲਾ ਬੈਲਟ ਜਿਹੜਾ ਹੈ ਜੁਲਾਈ ਵਿੱਚ ਓਪਨ ਹੋਏਗਾ, ਜਿਹਦੇ ਵਿੱਚ ਬਾਕੀ ਐਪਲੀਕੈਂਟ ਨੂੰ ਲੈ ਕੇ ਜਾਇਆ ਜਾਏਗਾ। ਤਾਂ ਅਗੇਨ ਗੋਲਡਨ ਓਪਰਚੁਨਿਟੀ ਫॉर ਐਵਰੀ ਗ੍ਰੈਜੂਏਟ ਜਿਹੜਾ ਇੱਕ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ हैं,
with a very limited money option, this should not be missed. ਜੀ ਸੋ ਯੂਥ ਮੋਬਿਲਿਟੀ ਸਕੀਮ ਨੂੰ ਲੈ ਕੇ ਤੁਹਾਡੇ ਆਪਣੇ ਕੋਈ ਵੀ ਸਵਾਲ ਨੇ, ਜਿਨੇ ਵੀ ਦਰਸ਼ਕ ਸਾਡੇ ਸ਼ੋਅ ਨਾਲ ਬਣੇ ਹੋਏ ਨੇ, ਸੋ ਲਗਾਤਾਰ ਨੰਬਰ ਵੀ ਇਸ ਲਈ ਡਿਸਪਲੇ ਕੀਤਾ ਹੋਇਆ ਹੈ ਜੀ, ਤੁਸੀਂ ਟਾਈਮਲੀ ਜੋ ਹੈ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਕੋਈ ਡਾਊਟ ਹੈ ਇਸ ਨੰਬਰ ਤੇ ਕਾਲ ਕਰਕੇ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਸੋ ਅਪਲਾਈ ਕਰਨ ਦੇ ਲਈ ਕਿਸ ਤਰ੍ਹਾਂ ਦੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਰਹੇਗੀ ਇਸ ਸਕੀਮ ਦੇ ਲਈ, ਇਹ ਵੀ ਜ਼ਰੂਰ ਦੱਸਣਾ। ਦੇਖੋ, ਜਿਹੜਾ ਪਹਿਲਾ ਐਪਲੀਕੇਸ਼ਨ ਹੈ ਉਹਦੇ ਲਈ ਸਿਰਫ ਪਾਸਪੋਰਟ ਦੀ ਕਾਪੀ ਚਾਹੀਦੀ ਹੈ, ਗ੍ਰੈਜੂਏਸ਼ਨ ਦੇ ਸਰਟੀਫਿਕੇਟ ਚਾਹੀਦੇ ਨੇ। ਜੋ ਜਾਣੇ ਕਿਤੇ ਨਹੀਂ, ਇੱਕ ਚੰਗਾ ਕੰਸਲਟੈਂਟ ਉਹਨਾਂ ਨੂੰ ਦੇਖ ਕੇ ਹੀ ਅਪਲਾਈ ਕਰਦਾ ਹੈ ਵੀ ਇਹ ਜੋ ਬੋਲ ਰਿਹਾ ਭਾਈ ਕਾਗਜ਼ ਹੈ ਕਿ ਨਹੀਂ ਹੈਗੇ। ਕਿਤੇ ਐ ਨਾ ਹੋਵੇ ਇਨਵੀਟੇਸ਼ਨ ਆ ਜਾਏ, ਬਾਅਦ 'ਚ ਕਾਗਜ਼ ਨਾ ਹੋਵੇ ਤੇ ਰਿਕਾਰਡ ਖਰਾਬ ਕਰਾ ਕੇ ਭੇਜੋ ਉੱਥੇ। ਤੇ ਉਹ ਚੀਜ਼ਾਂ ਨਾਲ ਇੱਕ ਸਿੰਪਲ ਐਕਸਪ੍ਰੈਸ਼ਨ ਆਫ ਇੰਟਰਸਟ ਅਪਲਾਈ ਹੋਣਾ UKVI ਨੂੰ। ਅੱਗੇ ਤੁਹਾਡੀ ਲੋਟਰੀ ਨਿਕਲ ਗਈ, ਇਨਵੀਟੇਸ਼ਨ ਆ ਗਿਆ, ਉਸ ਟਾਈਮ ਤੇ ਕਾਗਜ਼ ਤੁਹਾਡਾ PCC ਹੋ ਗਿਆ, TB ਦਾ ਸਰਟੀਫਿਕੇਟ ਹੋ ਗਿਆ, ਮੈਡੀਕਲ ਡਾਕਟਰੀ ਦਾ 2530 ਪਾਉਂਡ ਦੀ ਸਟੇਟਮੈਂਟ ਹੋ ਗਈ, ਐਂਡ ਬਾਕੀ ਬੇਸਿਕ ਡਾਕੂਮੈਂਟੇਸ਼ਨ ਰਿਗਾਰਡਿੰਗ ਯੋਰ CV, ਜੇ ਤੁਸੀਂ ਕੰਮ ਕਰਦੇ ਪਏ ਹੋ ਐਜੂਕੇਸ਼ਨ ਡਾਕੂਮੈਂਟ ਦੇ ਨਾਲ ਜਾਏਗਾ। ਬੜਾ ਬੇਸਿਕ ਰਿਕੁਆਇਰਮੈਂਟ ਹੈ, ਕੋਈ ਲੰਬਾ ਚੌੜਾ ਖੇਲ ਨਹੀਂ ਹੈ, ਕਿਉਂਕਿ ਇਹ ਟੈਂਪਰੇਰੀ ਵੀਜ਼ਾ ਹੈਗਾ 2 ਸਾਲਾਂ ਦਾ। ਜਿਹੜਾ ਵਰਕਿੰਗ ਹੌਲੀਡੇ ਮੇਕਰ ਅੱਜ ਤੋਂ 12 ਸਾਲ ਪਹਿਲਾਂ ਆਇਆ ਸੀਗਾ, ਉਹਦੇ ਤੇ ਇਹਦੇ 'ਚ ਫ਼ਰਕ ਕੀ ਹੈ, ਉਸ ਟਾਈਮ ਦੇ ਉੱਤੇ ਕੋਈ ਵੀ ਐਲੀਜੀਬਲ ਸੀਗਾ ਜਿਹੜਾ 18 ਤੋਂ 30 ਸਾਲ ਦੀ ਉਮਰ ਦੇ ਵਿੱਚ ਹੈ, ਚਾਹੇ ਉਹ 10ਵੀਂ ਪਾਸ ਹੈ ਚਾਹੇ 12ਵੀਂ ਪਾਸ ਹੈ। ਇਸ ਟਾਈਮ ਉਹਨਾਂ ਨੇ ਗ੍ਰੈਜੂਏਸ਼ਨ ਲੈਵਲ ਰੱਖਿਆ। ਐਂਡ ਇਫ ਯੂ ਆਸਕ ਮੀ ਇਹਦਾ ਬੈਕਗਰਾਊਂਡ ਕੀ ਹੋ ਸਕਦਾ, ਮੈਂ ਇਹਨੂੰ 2-3 ਚੀਜ਼ਾਂ ਨਾਲ ਜੋੜਾਂਗਾ। ਅੱਜ ਤੋਂ ਮਹੀਨਾ 2 ਮਹੀਨਾ ਪਹਿਲਾਂ ਬੜੀ UK ਤੋਂ ਆਵਾਜ਼ਾਂ ਆਈਆਂ ਸੀਗੀਆਂ ਦੈਟ ਸਪਾਊਸ ਨੂੰ ਅਸੀਂ ਬੰਦ ਕਰਾਂਗੇ, ਰੂਲ ਬਦਲਾਂਗੇ, ਐਂਡ ਅਲੱਗ-ਅਲੱਗ ਕਮਿਊਨੀਕੇਸ਼ਨ ਜਿਹੜੇ ਆਏ ਸੀ UK ਤੋਂ ਆਏ ਸੀ। ਹੁਣ ਉਹਦਾ ਇੱਕ ਬੈਕਗਰਾਊਂਡ ਇਹ ਸੀਗਾ, ਜਿਹੜਾ ਵੀ ਇੱਥੋਂ ਸਪਾਊਸ ਜਾ ਰਿਹਾ ਡਿਪੈਂਡੈਂਟ ਦੇ ਨਾਲ, ਉਹ ਆਪਣੇ ਆਪ ਨੂੰ ਕੁਆਲੀਫਾਈਡ ਨਹੀਂ ਹੈ, ਕਿਉਂਕਿ UK ਸਟੂਡੈਂਟ ਵੀਜ਼ਾ ਡਿਪੈਂਡੈਂਟ ਦੇ ਵਿੱਚ ਤੁਹਾਡੇ ਸਪਾਊਸਿਸ ਦਾ ਨਾ ਤਾਂ ਕੋਈ ਕੁਆਲੀਫਿਕੇਸ਼ਨ ਪੁੱਛਿਆ ਜਾਂਦਾ, ਨਾ ਆਪਾਂ ਦਿੰਦੇ ਹਾਂ ਕਿਉਂਕਿ ਮੰਗਿਆ ਹੀ ਨਹੀਂ ਹੈ। ਹੁਣ ਉਹ 10ਵੀਂ ਪਾਸ ਵੀ ਹੋ ਸਕਦਾ ਹੈ, ਅਨਪੜ੍ਹ ਵੀ ਹੋ ਸਕਦਾ ਹੈ, 12ਵੀਂ ਵੀ ਹੋ ਸਕਦਾ, ਗ੍ਰੈਜੂਏਟ ਵੀ ਹੋ ਸਕਦਾ, ਈਦਰ ਵੇ। ਬਟ ਉਹਨਾਂ ਦਾ ਇੱਕ ਕੰਸਰਨ ਆਇਆ ਕਿ ਉਹ ਸੀਗਾ ਡਿਪੈਂਡੈਂਟ ਬੰਦ ਕਰਨਾ ਹੈ, ਕਿਉਂਕਿ ਇਹ ਸਾਰੇ ਡਿਪੈਂਡੈਂਟ ਜਿਹੜੇ ਹੈ ਔਰ ਮੋਸਟਲੀ ਡਿਪੈਂਡੈਂਟ ਜਿਹੜੇ ਹੈ ਉਹ ਔਡ ਜੌਬਸ ਕਰਦੇ ਸੀ, ਜਿੱਥੇ ਪਬਲਿਕ ਡੀਲਿੰਗ ਦੀ ਗੱਲਬਾਤ ਨਾ ਹੋ ਕੇ ਇਕੱਲੇ ਕੰਮ ਕਰਨਾ, ਚਾਹੇ ਉਹ ਖੇਤਾਂ 'ਚ ਕੰਮ ਕਰਨਾ ਹੈ, ਭਾਂਡੇ ਸਾਫ਼ ਕਰਨੇ, ਹੋਰ ਕਈ ਬਥੇਰੇ ਜੌਬ ਹੁੰਦੇ ਨੇ ਜਿੱਥੇ ਗੱਲ ਕਰਨ ਦੀ ਲੋੜ ਨਹੀਂ ਪੈਂਦੀ। ਹੈਲੋ ਕੀਤਾ, ਕੰਮ ਤੇ ਚਲੇ ਗਏ, ਬਾਏ ਕੀਤਾ ਤੇ ਘਰੇ ਆ ਗਏ, ਬਹੁਤ ਕੰਮ ਹੁੰਦੇ ਨੇ। ਤੇ ਇੱਥੋਂ ਕੰਸਰਨ ਆਇਆ ਸੀ, ਜਿਹੜੀ ਸਟੇਟਮੈਂਟ ਆਈ ਸੀ ਲੋ ਸਕਿਲਡ ਜੌਬ, ਇੱਕ ਵਰਡ ਲਿਖਿਆ ਹੋਇਆ ਸੀ ਬੜਾ ਸਪਸ਼ਟ ਉਹਨਾਂ ਨੇ। ਹੁਣ ਗ੍ਰੈਜੂਏਟ ਹੋਣਾ ਇਹ ਮੰਨਿਆ ਜਾਂਦਾ ਹੈ that ਤੁਸੀਂ ਐਟਲੀਸਟ ਇੰਗਲਿਸ਼ ਵਰਤਾਲਾਪ ਕਰ ਸਕਦੇ ਹੋ, ਸਮਝ ਸਕਦੇ ਹੋ ਤੇ ਜਵਾਬ ਦੇ ਸਕਦੇ ਹੋ। ਦੈਟ ਮੀਨ ਤੁਸੀਂ ਉਸ ਜੌਬ ਮਾਰਕੀਟ ਦਾ ਹਿੱਸਾ ਬਣੋਗੇ ਜੋ ਡਿਪੈਂਡੈਂਟ ਨਹੀਂ ਭਰ ਪਾਏ ਉੱਥੇ ਜਾ ਕੇ, ਜਿੱਥੇ ਕਿ ਜੌਬਸ ਹੈਗੀਆਂ ਨੇ ਬਟ ਜਿੱਥੇ ਡਿਪੈਂਡੈਂਟ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਉਹ ਜੌਬ ਕਰਨ ਦਾ ਮੌਕਾ ਨਹੀਂ ਮਿਲਿਆ ਜਾਂ ਇੱਛਾ ਨਹੀਂ ਹੋਈ, ਕਿਉਂਕਿ ਕਮਿਊਨੀਕੇਸ਼ਨ ਹੁੰਦੀ ਹੈ ਇੱਥੇ ਇੰਗਲਿਸ਼ ਦੇ ਵਿੱਚ। ਕਿਉਂਕਿ ਡਿਪੈਂਡੈਂਟ ਲਈ ਕੋਈ ਇੰਗਲਿਸ਼ ਜ਼ਰੂਰੀ ਨਹੀਂ ਹੈਗੀ, ਆਪਣੇ ਆਇਲਸ ਦਾ ਪੇਪਰ ਜ਼ਰੂਰੀ ਨਹੀਂ ਹੈ ਸਟੂਡੈਂਟ ਵੀਜ਼ਾ ਵਾਸਤੇ, ਬਟ ਇੱਥੇ ਗ੍ਰੈਜੂਏਸ਼ਨ ਤਾਂ ਜ਼ਰੂਰੀ ਰੱਖੀ ਹੈ ਐਟਲੀਸਟ ਤੁਸੀਂ ਗੱਲਬਾਤ ਕਰ ਪਾਓ। ਤਾਂ ਮੇਰੇ ਲਈ ਤਕਰੀਬਨ ਇਹ ਕਹਿ ਲਓ ਇੱਕ ਓਪਰਚੁਨਿਟੀ ਹੈ ਹਰੇਕ ਉਸ ਇਨਸਾਨ ਵਾਸਤੇ ਜਿਹੜਾ ਗ੍ਰੈਜੂਏਟ ਹੈ ਘੱਟੋ ਘੱਟ, ਐਂਡ ਵਿਆਹ ਨਹੀਂ ਕਰਾਉਣਾ ਤੇ UK ਵੀ ਜਾਣਾ ਹੈ, ਇਹ ਅਗੇਨ ਉਹਨਾਂ ਵਾਸਤੇ ਗੋਲਡਨ ਓਪਰਚੁਨਿਟੀ ਹੈ ਟੂ ਟਰਾਈ ਵਿਥ। ਜੀ ਬਿਲਕੁਲ। ਸੋ 28 ਫਰਵਰੀ ਤੋਂ 2 ਮਾਰਚ ਤੱਕ ਇਹ ਸਕੀਮ ਜਿਹੜੀ ਓਪਨ ਰਹੇਗੀ, ਸੋ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਐਲੀਜੀਬਲ ਹੋ। ਤੇ ਅਗਰ ਤੁਹਾਨੂੰ ਹਲੇ ਵੀ ਡਾਊਟ ਹੈ ਕਿ ਤੁਸੀਂ ਐਲੀਜੀਬਲ ਹੋ ਕਿ ਨਹੀਂ ਹੋ ਤਾਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ESS ਗਲੋਬਲ ਇਮੀਗ੍ਰੇਸ਼ਨ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਦੇ ਨਾਲ। ਸੋ ਸਰ ਹੁਣ UK ਦੇ ਸਟੱਡੀ ਵੀਜ਼ਾ ਦੇ ਬਾਰੇ ਵੀ ਆਪਾਂ ਥੋੜੀ ਗੱਲ ਕਰ ਲਈਏ। ਪ੍ਰੀ ਕੈਸ ਇੰਟਰਵਿਊ ਸੈਪਟੰਬਰ ਇਨਟੇਕ ਲਈ ਸ਼ੁਰੂ ਹੋ ਚੁੱਕੀਆਂ ਨੇ, ਉਸ ਨੂੰ ਲੈ ਕੇ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਨਾਲ ਉਹ ਪ੍ਰਿਪੇਅਰ ਹੈ ਤਾਂ ਕਿ ਕੋਈ ਵੀ ਪ੍ਰੋਬਲਮ ਉਹਨਾਂ ਨੂੰ ਨਾ ਆਵੇ? ਦੇਖੋ, ਇੰਟਰਵਿਊ ਵੈਸੇ ਹੀ ਸ਼ਬਦ ਬੱਚਿਆਂ ਨੂੰ ਡਰਾ ਦਿੰਦਾ, ਮੈਂ ਦੇਖਿਆ। ਤੇ ਜਿਵੇਂ ਇੰਟਰਵਿਊ ਆਉਂਦਾ ਉਹ ਕੋਟਾ ਲਾਉਣ ਚਲੇ ਜਾਂਦੇ ਵੀ ਹੁਣ ਮੈਂ ਕਾਪੀਆਂ 'ਚ ਲਿਖ ਲਿਆ, ਇਹੀ ਬੋਲਣਾ, ਜਿੱਥੇ ਫੁੱਲ ਸਟਾਪ ਹੈ ਉੱਥੇ ਫੁੱਲ ਸਟਾਪ ਬੋਲਣਾ ਹੈ। ਹੁਣ ਜੇ ਫੁੱਲ ਸਟਾਪ ਭੁੱਲ ਗਏ ਤਾਂ ਉਹ ਬਦਲ ਜਾਂਦੇ ਨੇ, ਅੱਛਾ ਇਹ ਤੋਂ ਲਾਈਨ ਕੀ ਸੀਗੀ ਮੈਂ ਭੁੱਲ ਗਿਆ, ਉਹ ਉਹਨਾਂ ਦੀ ਗੱਲਬਾਤਾਂ 'ਚ ਆ ਜਾਂਦਾ। ਵੇਅਰਐਜ਼ ਇੰਟਰਵਿਊ ਨੂੰ ਬੜਾ ਸਿੰਪਲ ਕੰਸੈਪਟ ਲੈ ਕੇ ਚੱਲੋ, ਜਿਵੇਂ 3-4 ਕਾਗਜ਼ ਤੁਹਾਨੂੰ ਚਾਹੀਦੇ ਨੇ, ਕੋਰਸ ਕੀ ਪੜ੍ਹੋਗੇ, ਸਬਜੈਕਟ, ਕੋਰਸ ਦਾ ਸਟਰਕਚਰ, ਕੋਰਸ 1 ਸਾਲ ਦੀ ਮਾਸਟਰ 'ਚ ਕਿੰਨੇ ਸਬਜੈਕਟ ਪੜ੍ਹਾਏ ਜਾਣਗੇ, ਕਿੰਨੇ ਕ੍ਰੈਡਿਟ ਪੁਆਇੰਟ ਹੋਣਗੇ। ਜਿੰਨਾ ਤੁਸੀਂ ਟੈਕਨੀਕਲ ਬੋਲੋਗੇ ਆਪਣੇ ਇੰਟਰਵਿਊ ਦੇ ਵਿੱਚ, ਉਹਨਾਂ ਤੁਸੀਂ ਕਨਵਿੰਸਿੰਗ ਸਾਊਂਡ ਕਰੋਗੇ। ਦੇਖੋ, ਇੰਟਰਵਿਊ ਲੈਣ ਵਾਲੇ ਦਾ ਮਕਸਦ ਸਿਰਫ 2 ਜਾਂ 3 ਹੁੰਦੇ ਨੇ। ਪਹਿਲੀ ਚੀਜ਼, ਤੁਹਾਨੂੰ ਪਤਾ ਤੁਸੀਂ ਕਿਹੜੇ ਸ਼ਹਿਰ ਆਉਂਦੇ ਪਏ ਹੋ, ਕਿਤੇ ਉੱਥੇ ਜਾ ਕੇ ਇਹ ਨਾ ਕਹੋ ਉਹ ਸੌਰੀ ਮੇਰੇ ਤਾਂ ਰਿਸ਼ਤੇਦਾਰ ਲੰਡਨ ਸੀ, ਮੈਂ ਤਾਂ ਸਕਾਟਲੈਂਡ ਵੈਸੇ ਹੀ ਆ ਗਿਆ, ਵੀ ਉਹਨੂੰ ਮੈਨੂੰ ਤਾਂ ਪਤਾ ਨਹੀਂ ਸੀ ਇੰਨੀ ਦੂਰ ਹੈ। ਬੜਾ ਭੋਲਾ ਜਿਹਾ ਆਨਸਰ ਅੱਜ ਦੀ ਡੇਟ ਦੇ ਵਿੱਚ ਪਰ ਲੋਕੀ ਦਿੰਦੇ ਨੇ। ਤਾਂ ਇੰਟਰਵਿਊ ਲੈਣ ਵਾਲੇ ਦਾ ਮਕਸਦ ਸਭ ਤੋਂ ਪਹਿਲਾਂ ਆ ਹੁੰਦਾ ਵੀ ਤੁਹਾਨੂੰ ਪਤਾ ਤੁਸੀਂ ਕਿੱਥੇ ਆਉਂਦੇ ਪਏ ਹੋ, ਆਰ ਯੂ ਅਵੇਅਰ ਆਫ ਦਾ ਫੈਕਟ। ਸੈਕਿੰਡ, ਤੁਹਾਨੂੰ ਇਹ ਪਤਾ ਤੁਸੀਂ ਇਹ ਕੋਰਸ ਕਿਉਂ ਕਰਨਾ ਚਾਹੁੰਦੇ ਹੋ। ਐਂ ਤਾਂ ਨਹੀਂ ਸਿਰਫ ਮੈਂ ਜਿਵੇਂ MBA ਦਾ ਦੌਰ ਚੱਲਦਾ ਹੁੰਦਾ, ਕਈ ਵਾਰ ਕੁਛ ਨਹੀਂ ਹੁੰਦਾ ਤਾਂ MBA 'ਚ ਐਡਮਿਸ਼ਨ ਲੈ ਲਓ। ਮੈਂ ਨਰਸਿੰਗ ਵਾਲਿਆਂ ਨੂੰ MBA 'ਚ ਐਡਮਿਸ਼ਨ ਹੁੰਦਾ ਦੇਖਿਆ ਹੋਇਆ, ਸਿਰਫ ਫॉर ਦਾ ਹੈਕ ਆਫ ਇਟ, ਤੇ ਜਵਾਬ ਨਹੀਂ ਹੁੰਦਾ ਮੈਂ MBA ਕਰਨੀ ਕਿਉਂ ਨਰਸਿੰਗ ਤੋਂ ਬਾਅਦ, ਕਿਉਂਕਿ ਵੈਸੇ ਲਿੱਤਾ ਹੋਇਆ। ਤੀਸਰੀ ਚੀਜ਼, ਜੋ ਤੁਸੀਂ ਪੜ੍ਹਨ ਜਾ ਰਹੇ ਹੋ
ਉਹਦਾ ਸਟਰਕਚਰ ਕਿਵੇਂ ਹੈ, ਪੜ੍ਹਾਈ ਕਿਵੇਂ ਚੱਲਦੀ ਹੈ। ਜਿਵੇਂ ਇੰਡੀਆ 'ਚ ਤੁਸੀਂ ਕਿਤੇ ਕਾਲਜ ਜਾਂ ਆਪਣੇ ਦਾਖਲਾ ਲੈਣ ਜਾਓ ਸਕੂਲ ਦੇ ਵਿੱਚ, ਪਤਾ ਹੁੰਦਾ ਹੈ ਪਹਿਲਾ ਐਗਜ਼ਾਮੀਨੇਸ਼ਨ ਕਦ ਹੋਣਾ, ਦੂਸਰਾ ਕਦ ਹੋਣਾ ਅਤੇ ਫਾਈਨਲ ਕਦ ਹੋਣਾ। ਉਸੇ ਤਰੀਕੇ ਨਾਲ ਪਹਿਲਾ ਸਬਜੈਕਟ ਕਿਹੜਾ ਪੜ੍ਹੋਗੇ, ਕਿੰਨਾ ਕ੍ਰੈਡਿਟ ਪੁਆਇੰਟ ਹੈ, ਕਿੰਨੇ ਕ੍ਰੈਡਿਟ ਪੁਆਇੰਟ ਤੁਹਾਨੂੰ ਪਾਸ ਹੋਣ ਨੂੰ ਚਾਹੀਦੇ ਨੇ ਇੱਕ ਮਾਸਟਰ ਡਿਗਰੀ ਕਰਨ ਵਾਸਤੇ ਔਰ ਬੈਚਲਰ ਕਰਨ ਵਾਸਤੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਇੰਨੀ ਕੁ ਉਮੀਦ ਹੁੰਦੀ ਹੈ ਇੰਟਰਵਿਊ ਲੈਣ ਵਾਲੇ ਦੀ, ਜੀ ਹੋਰ ਕੁਛ ਉਮੀਦ ਨਹੀਂ ਹੁੰਦੀ। ਹਾਂ, ਜੇ ਵਿਦਆਊਟ ਆਇਲਸ ਤੁਸੀਂ ਕਰਦੇ ਪਏ ਹੋ, ਸ਼ਾਇਦ ਤੁਹਾਡੇ ਇੰਟਰਵਿਊ ਦੇ ਵਿੱਚ 3 ਜਾਂ 4 ਸਵਾਲ ਐਡ ਹੋਰ ਹੋ ਜਾਣ। ਫੋਰ ਐਗਜ਼ਾਮਪਲ, ਮੌਸਮ ਕਿਵੇਂ ਹੈ, ਉਹ ਸਿੰਪਲ ਇੰਗਲਿਸ਼ ਜੱਜ ਕਰਨ ਨੂੰ ਹੁੰਦਾ ਵੀ ਤੁਸੀਂ ਸਮਝ ਸਕਦੇ ਹੋ, ਲਾਈਨ ਦਾ ਸਟਰਕਚਰ ਬਣਾ ਸਕਦੇ ਹੋ ਕਿ ਨਹੀਂ ਬਣਾ ਸਕਦੇ ਹੋ, ਕਿ ਸਿਰਫ ਉਹ ਜਿੰਨਾ ਰਟਾਇਆ ਗਿਆ ਹੈ ਇੰਟਰਵਿਊ ਵਾਲੇ ਪਾਸੇ ਉਹੀ ਰਟਿਆ ਹੋਇਆ। ਤੁਸੀਂ ਇੰਟਰਵਿਊ ਨੂੰ ਅਪਣਾ ਕੇ ਚੱਲੋਗੇ, ਇੰਟਰਵਿਊ ਹਵਾ ਨਹੀਂ ਲੱਗੇਗੀ, ਕਿਉਂਕਿ ਗੱਲਬਾਤ ਦਾ ਸੈਸ਼ਨ ਹੈ, ਇਸ ਤੋਂ ਉੱਪਰ ਕੁਛ ਨਹੀਂ ਹੈਗਾ। ਤਾਂ ਅੱਜ ਜੇ ਪਹਿਲਾ ਮੌਕਾ ਮਿਲ ਚੁੱਕਿਆ, ਸੈਪਟੈਂਬਰ ਇਨਟੇਕ ਦੇ ਵੀ ਪ੍ਰੀ ਕੈਸ ਇੰਟਰਵਿਊ ਆਉਣੇ ਸ਼ੁਰੂ ਹੋ ਗਏ ਹੈ, ਤਾਂ ਉਹਨੂੰ ਆਪਣੀ ਐਡਵਾਂਟੇਜ ਵਾਸਤੇ ਯੂਜ਼ ਕਰੋ, ਕਿਉਂਕਿ ਅੱਜ UK ਬਹੁਤ ਐਡਵਾਂਸ ਚੱਲਦਾ ਪਿਆ ਹੈ ਸੀਟਾਂ ਦੇ ਮਾਮਲੇ ਦੇ ਵਿੱਚ। ਦੂਸਰਾ, ਰੂਲ ਚੇਂਜ ਹੋਣ ਦਾ ਖਤਰਾ ਜਿਹੜਾ ਅਪ੍ਰੈਲ 'ਚ ਆਉਂਦਾ ਪਿਆ। ਤੀਸਰਾ, ਯੂਨੀਵਰਸਿਟੀਆਂ ਤੱਕ ਤੁਹਾਨੂੰ ਕੈਸ਼ ਦੇਣਾ ਸ਼ੁਰੂ ਕਰ ਚੁੱਕਣਗੀਆਂ ਆਪਣੇ ਮਾਰਚ ਅਪ੍ਰੈਲ ਦੇ ਵਿੱਚ 6 ਮਹੀਨੇ ਪਹਿਲਾਂ ਫਰਮ ਦੈਟ ਇਨਟੇਕ। ਇਹ ਸਭ ਦਾ ਐਡਵਾਂਟੇਜ ਤੁਸੀਂ ਤਾਂ ਹੀ ਲੈ ਸਕਦੇ ਹੋ ਜੇ ਹਰ ਪਾਸਿਓਂ ਤਿਆਰ ਹੋਵੋਗੇ। ਜੀ ਬਿਲਕੁਲ। ਸੋ ਸੈਪਟੈਂਬਰ ਇਨਟੇਕ ਲਈ ਜਿਹੜੇ ਸਟੂਡੈਂਟ ਅਪਲਾਈ ਕਰ ਰਹੇ ਨੇ, ਕਿੰਨੇ ਟਾਈਮ ਦੇ ਵਿੱਚ ਉਹਨਾਂ ਦੀ ਵੀ ਆਫਰ ਲੈਟਰਸ ਹੁਣ ਆ ਰਹੀਆਂ ਨੇ, ਤੇ ਹੁਣ ਫਿਲਹਾਲ ਕੀ ਸਿਰਫ ਸੈਪਟੈਂਬਰ ਲਈ ਹੀ ਅਪਲਾਈ ਕਰ ਸਕਦੇ ਨੇ ਕਿ ਉਸ ਤੋਂ ਪਹਿਲਾਂ ਹਲੇ ਵੀ ਜਿਹੜੇ ਇਨਟੇਕ ਚੱਲ ਰਹੇ ਨੇ ਉਸ ਦੇ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ? ਦੇਖੋ, ਮਈ ਇਨਟੇਕ ਹਜੇ ਵੀ ਓਪਨ ਹੈ, ਨੋ ਪ੍ਰੋਬਲਮ ਇਨ ਦੈਟ, ਬਸ ਮਈ ਇਨਟੇਕ ਦਾ ਐਕਸ਼ਨ ਬੜੀ ਜਲਦੀ ਕਰਨਾ ਪੈਣਾ। ਇੰਟਰਵਿਊ ਦੀ ਤਿਆਰੀ, ਫਾਈਨੈਂਸਿਸ ਐਂਡ ਹੋਰ ਜਿਹੜੇ ਵੀ ਫੈਕਟਰਸ ਆਉਂਦੇ ਨੇ ਤੁਹਾਡੇ ਐਡਮਿਸ਼ਨ ਵਾਲੇ, ਜਿਵੇਂ LOR ਦੇ ਨੇ, SOP ਦੇਣਾ, ਇਹ ਤੁਹਾਨੂੰ ਸਾਰਾ ਨਾਲ ਦੀ ਨਾਲ ਖਿੱਚਣਾ ਪੈਣਾ, ਤਾਂ ਮਈ ਇਨਟੇਕ ਕੈਚ ਹੋਏਗਾ। ਸੈਪਟੈਂਬਰ ਦਾ ਤੁਹਾਡੇ ਕੋਲ ਆਪਸ਼ਨ ਜ਼ਿਆਦਾ ਹੈਗੀਆਂ, ਕਿਉਂਕਿ ਮਈ ਦੇ ਵਿੱਚ ਆਪਸ਼ਨ ਥੋੜੀ ਹੈਂਡਫੁਲ ਹੈ, ਘੱਟ ਨੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਸੈਪਟੈਂਬਰ ਦੇ ਵਿੱਚ ਆਪਸ਼ਨਸ ਬਹੁਤ ਜ਼ਿਆਦਾ ਨੇ, ਪੂਰਾ UK ਇਸ ਟਾਈਮ ਖੁੱਲਿਆ ਹੋਇਆ ਹੈਗਾ। ਪਰ ਆਫਰ ਲੈਟਰ ਦਾ ਜਿਹੜਾ ਬੇਸਿਕ ਟਾਈਮ ਹੈ ਉਹ 4 ਤੋਂ 6 ਹਫ਼ਤੇ ਹੀ ਚੱਲ ਰਿਹਾ, ਡਿਊ ਟੂ ਦਾ ਰਸ਼ ਆਫ ਐਪਲੀਕੇਸ਼ਨ। ਅਗੇਨ, ਬੜਾ ਛੋਟੀ ਜਿਹੀ ਇੱਕ ਤੀਲੀ ਲੱਗਦੀ ਹੈ, ਰੂਲ ਚੇਂਜ ਹੋ ਰਿਹਾ ਤੇ ਪੂਰੀ ਦੁਨੀਆ ਕਹਿੰਦੀ ਉਹ ਚੇਂਜ ਹੋਣ ਤੋਂ ਪਹਿਲਾਂ ਹੀ ਮੈਂ ਅਪਲਾਈ ਕਰਦਾ। ਅੱਜ UK ਉਸ ਹਾਲਾਤ ਤੇ ਤੁਰਦਾ ਪਿਆ। ਬਿਲਕੁਲ। ਸੋ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਹਾਡਾ ਆਪਣਾ ਕੋਈ ਵੀ ਸਵਾਲ ਹੈ, ਨਾਲ ਮੈਂ ਗੱਲ ਇਸ ਲਈ ਦੁਹਰਾਉਂਦੀ ਰਹਿੰਦੀ ਹੈ ਕਿ ਕਈ ਵਾਰੀ ਕੋਈ ਗੱਲ ਸੁਣ ਕੇ ਤੁਹਾਡੇ ਵੀ ਮਾਈਂਡ ਵਿੱਚ ਅਗਰ ਕੋਈ ਸਵਾਲ ਆਉਂਦਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੋ, ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਕੋਰਸ ਨੂੰ ਲੈ ਕੇ, ਯੂਨੀਵਰਸਿਟੀ ਨੂੰ ਲੈ ਕੇ, ਇਨਟੇਕ ਨੂੰ ਲੈ ਕੇ ਕੋਈ ਕਲੈਰਿਟੀ ਨਹੀਂ ਹੋ ਰਹੀ ਹੈ, ਤਾਂ ਤੁਸੀਂ ਜ਼ਰੂਰ ਇਸ ਨੰਬਰ ਤੇ ਕਾਲ ਕਰੋ। ਸਭ ਤੋਂ ਚੰਗਾ ਇਹ ਰਹੇਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ। ਸੋ ESS ਗਲੋਬਲ ਇਮੀਗ੍ਰੇਸ਼ਨ ਦੇ ਆਫਿਸ ਦੀ ਐਡਰੈਸ ਡਿਟੇਲਸ ਵੀ ਜੋ ਹੈ ਸਕਰੋਲ ਦੇ ਵਿੱਚ ਨਜ਼ਰ ਆ ਰਹੀਆਂ ਨੇ। ਤੁਸੀਂ ਇੱਥੇ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਆਓ। ਡਾਕੂਮੈਂਟਸ ਦੇਖਣ ਤੋਂ ਬਾਅਦ, ਅਸੈਸਮੈਂਟ ਤੋਂ ਬਾਅਦ ਹੀ ਤੁਹਾਨੂੰ ਰਾਈਟ ਆਪਸ਼ਨਸ ਬਾਰੇ ਗਾਈਡ ਕੀਤਾ ਜਾ ਸਕਦਾ ਹੈ। ਸੋ ਸਰ, ਇੱਥੇ ਜ਼ਰੂਰ UK ਦੀ ਕੈਸ਼ ਲੈਟਰ ਤੋਂ ਆਉਣ ਨੂੰ ਲੈ ਕੇ ਜਾਂ ਕਿਹੜੀ ਤਿਆਰੀ ਸਟੂਡੈਂਟ ਨੂੰ ਰੱਖਣੀ ਚਾਹੀਦੀ ਹੈ, ਤਾਂ ਕਿ ਕੈਸ਼ ਲੈਟਰ ਆਉਣ ਤੇ ਇੱਕਦਮ ਚੀਜ਼ਾਂ ਇਹ ਨਾ ਹੋਏ ਕਿ ਹੁਣ ਅਸੀਂ ਡਾਕੂਮੈਂਟ ਇਕੱਠੇ ਕਰਨ ਲੱਗਿਆ ਤੇ ਇੱਕਦਮ ਫਿਰ ਟਾਈਮ ਨਿਕਲ ਜਾਂਦਾ ਹੈ ਔਰ ਬਹੁਤ ਦੇਰ ਹੋ ਜਾਂਦੀ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਡੀਕਲ ਜੀ, ਕਿਉਂਕਿ ਉਹ ਬਹੁਤ ਜ਼ਰੂਰੀ ਹੈ। ਮੈਡੀਕਲ ਫਿੱਟ ਹੋਣਾ, ਕਈ ਵਾਰ ਐਂ ਦੇਖਿਆ ਬੱਚਾ ਫੀਸ ਭਰ ਦਿੰਦਾ ਹੈ ਤੇ ਮੈਡੀਕਲ 'ਚ ਬਾਅਦ ਕੋਈ ਇਸ਼ੂ ਆ ਜਾਂਦਾ ਹੈ, ਉਹ ਡਾਕਟਰ ਕਹਿੰਦਾ ਹੁੰਦਾ 6 ਮਹੀਨੇ ਰੁਕਣਾ ਪਊਗਾ। ਤੇ ਮੇਰੀ ਸਲਾਹ ਹਮੇਸ਼ਾ ਹੁੰਦੀ ਹੈ ਫੀਸ ਭਰਾਉਣ ਤੋਂ ਪਹਿਲਾਂ ਮੈਡੀਕਲ ਕਰਾ ਲਓ, ਕਿਉਂਕਿ 3500-4000 ਰੁਪਏ ਖਰਚੇ ਜ਼ਿਆਦਾ ਵਧੀਆ ਨੇ 6-6 ਲੱਖ ਰੁਪਏ ਫਸਾਉਣ ਤੋਂ ਪਹਿਲਾਂ। ਠੀਕ ਹੈ, ਤੁਸੀਂ ਤਸੱਲੀ ਹੋ ਜਾਂਦੀ ਮੈਡੀਕਲ ਕਲੀਅਰ ਹੈ ਮੇਰਾ, ਮੈਡੀਕਲ ਤੇ ਆ ਗਿਆ, ਫੀਸ ਭਰਵਾਓ। ਫੀਸ ਭਰਵਾਉਣ ਤੋਂ ਬਾਅਦ ਤੁਸੀਂ ਆਪਣੀ ਇੰਟਰਵਿਊ ਦੇਣੀ ਹੈ, ਤਾਂ ਤੁਹਾਡੇ ਕੋਲ ਇਹ ਹੁੰਦਾ ਵੀ ਮੈਂ ਫੀਸ ਭਰ ਚੁੱਕਿਆ, ਮੈਡੀਕਲ ਹੋ ਚੁੱਕਿਆ, ਹੁਣ ਇੰਟਰਵਿਊ 'ਚ ਫੇਲ ਹੋਣ ਨੂੰ ਮੈਂ ਅਫੋਰਡ ਨਹੀਂ ਕਰ ਸਕਦਾ। ਤੁਹਾਨੂੰ ਐਕਸਟਰਾ ਮੋਟੀਵੇਸ਼ਨ ਮਿਲਦੀ ਹੈ ਇੰਟਰਵਿਊ ਕਲੀਅਰ ਕਰਨ ਦੀ। ਮੈਂ ਕਿੰਨੀ ਵਾਰ ਦੇਖਿਆ ਬੱਚਾ ਫੀਸ ਭਰਵਾ ਕੇ ਇੰਟਰਵਿਊ ਦਿੰਦਾ ਹੈ, ਫਿਰ ਇੰਟਰਵਿਊ ਪਾਸ ਹੋਣ ਤੋਂ ਬਾਅਦ ਜਦ ਕੈਸ਼ ਰਿਕੁਐਸਟ ਹੁੰਦੀ ਹੈ ਉਦੋਂ ਮੈਡੀਕਲ ਸਮੱਸਿਆ ਆ ਜਾਂਦੀ ਹੈ, ਕਿਉਂਕਿ ਅੱਜ ਦੀ ਡੇਟ 'ਚ ਕਿਸੇ ਨੂੰ ਬਚਪਨ 'ਚ ਨਿਮੋਨੀਆ ਹੋਇਆ ਹੁੰਦਾ ਹੈ ਜਾਂ ਵੈਸੇ ਛਾਤੀ ਦਾਗ ਹੁੰਦੇ ਨੇ, ਡਾਕਟਰ ਨੂੰ ਤਾਂ ਇੱਕ ਸਸਪੈਕਟ ਚਾਹੀਦਾ। ਜਿੱਥੇ ਐਕਸਰੇ ਦੇ ਵਿੱਚ ਹਲਕਾ ਜਿਹਾ ਵੀ ਡਾਟ ਆ ਗਿਆ, ਉਹਨੇ ਨਾਲ ਦੀ ਨਾਲ 6 ਮਹੀਨੇ ਦਾ ਟਾਈਮ ਟਪਾ ਦੇਣਾ। ਹੁਣ 6 ਮਹੀਨੇ ਅੱਗੇ ਚੱਲੋ ਜੀ, ਫਿਰ ਦੇਖਾਂਗੇ ਕੀ ਹੋਇਆ, ਫਿਰ ਮੈਂ ਤੁਹਾਨੂੰ ਮੈਡੀਕਲ ਰਿਪੋਰਟ ਦੇਵਾਂਗਾ, ਕਿਉਂਕਿ ਡਾਕਟਰ ਆਪਣੇ ਤਰੀਕੇ ਨਾਲ ਕੰਪਲਾਇੰਸ ਦੇ ਨਾਲ ਅੰਬੈਸੀ ਨੂੰ ਜਵਾਬ ਦੇ ਰਿਹਾ, ਉਹ ਫੇਵਰ ਨਹੀਂ ਕਰੇਗਾ ਕੋਈ। ਠੀਕ ਹੈ, ਤੇ ਉਸ ਕੇਸ 'ਚ ਬੱਚਾ ਕਹਿੰਦਾ ਮੈਂ ਕੀ ਕਰਾਂ, ਪੈਸੇ ਚਲੇ ਗਏ, ਯੂਨੀਵਰਸਿਟੀ ਨੂੰ ਮੇਲਾ ਪਾਉਂਦੇ ਹੋ ਰਿਫੰਡ ਵਾਸਤੇ, ਉਹ 4-6 ਮਹੀਨੇ 'ਚ ਰਿਫੰਡ ਆਉਂਦਾ ਹੈ। ਰਿਫੰਡ ਆ ਗਿਆ ਤਾਂ ਫਿਰ ਤੁਸੀਂ ਵੈਸੇ ਹੀ ਛੱਡ ਦਿੰਦੇ ਹੋ, ਛੱਡ ਯਾਰ ਹੁਣ ਕੀ ਜਾਣਾ, ਪੈਸੇ ਵਾਪਸ ਆ ਗਏ, ਮੈਡੀਕਲ ਸਮੱਸਿਆ ਆ ਗਈ ਐਂਡ ਸੋ ਔਨ। ਤਾਂ ਮੈਡੀਕਲ ਨੂੰ ਨੰਬਰ 1 ਰੱਖੋ, ਫਿਰ ਟਿਊਸ਼ਨ ਫੀਸ, ਫਿਰ ਇੰਟਰਵਿਊ, ਐਂਡ ਦੈਨ ਜਿਵੇਂ ਫੰਡ ਤੁਹਾਡਾ ਨਾਲ ਦੇ ਨਾਲ ਪੁਰਾਣਾ ਹੋ ਰਿਹਾ, ਜਿਵੇਂ ਕੈਸ਼ ਆਇਆ, ਮੈਕਸਿਮਮ 1 ਵੀਕ ਦੇ ਵਿੱਚ ਤੁਹਾਡੀ ਫਾਈਲ ਅੰਬੈਸੀ 'ਚ ਲੌਂਚ ਹੋ ਜਾਏ, ਇਹ ਤੁਹਾਡੇ ਵਾਸਤੇ ਵਧੀਆ। ਕਿਉਂਕਿ ਯੂਨੀਵਰਸਿਟੀਜ਼ ਆਸਕ ਦਿਸ ਕੁਐਸਚਨ ਵੀ ਤੁਹਾਡੇ ਕੋਲ ਜਿਹੜਾ ਹੈ ਕੈਸ਼ ਅਸੀਂ ਫਲਾਨੀ ਡੇਟ ਨੂੰ ਦੇ ਦਿੱਤਾ ਸੀਗਾ, ਤੁਸੀਂ ਫਾਈਲ ਇੰਨੀ ਦੇਰ ਕਿਉਂ ਲਾਈ। ਇਹ ਸਵਾਲ ਉਦੋਂ ਆਉਂਦਾ ਜਦ ਤੁਸੀਂ ਸਟਾਰਟ ਡੇਟ ਦੇ ਨੇੜੇ ਹੁੰਦੇ ਹੋ, ਕਿਉਂਕਿ ਤੁਸੀਂ ਐਕਸਟੈਂਸ਼ਨ ਮੰਗਣੀ ਸ਼ੁਰੂ ਕਰ ਦਿੰਦੇ ਹੋ ਵੀ ਮੇਰੀ ਡੇਟ ਨਿਕਲ ਗਈ ਹੈ ਅਤੇ ਮੇਰਾ ਡਿਸੀਜਨ ਨਹੀਂ ਹਜੇ ਤੱਕ ਆਇਆ। ਤੇ ਸਭ ਨੂੰ ਪਤਾ 15 ਤੋਂ 21 ਦਿਨਾਂ ਦੇ ਵਿੱਚ ਸਟੈਂਡਰਡ ਲੌਜਮੈਂਟ ਦਾ ਡਿਸੀਜਨ ਆ ਜਾਂਦਾ ਹੈ।
ਪ੍ਰਾਇੋਰਟੀ 5 ਦਿਨ ਔਰ ਸੁਪਰ ਪ੍ਰਾਇੋਰਟੀ 24 ਘੰਟੇ ਵਰਕਿੰਗ ਵਾਲੇ। ਹੁਣ ਜੇ ਤੁਸੀਂ ਇਹੋ ਜਿਹਾ ਕੁਐਸਚਨ ਲੈ ਕੇ ਯੂਨੀਵਰਸਿਟੀ ਕੋਲ ਜਾਂਦੇ ਹੋ, ਯੂਨੀਵਰਸਿਟੀ ਤੁਹਾਡੀ ਜਾਨ ਲੱਖ ਖਾਂਦੀ ਹੈ। ਤਾਂ ਇਹ ਪੂਰੇ ਫਾਰਮੂਲੇਸ਼ਨ ਨੂੰ ਟਾਈਮ ਲਿਮਿਟ ਐਂਡ ਉਹ ਟੈਟ ਬਣਾ ਕੇ ਚੱਲੋ, ਤੇ ਤਾਂ ਤੁਹਾਡਾ ਜਿਹੜਾ ਕੈਸ਼ ਆਉਣ ਤੋਂ ਬਾਅਦ ਦਾ ਟਾਰਗੇਟ ਹੈ ਟਾਈਮ ਸਿਰ ਉਹਨੂੰ ਖਤਮ ਕਰ ਸਕੋ ਟੁਵਰਡ ਦਾ ਵੀਜ਼ਾ ਪ੍ਰੋਸੈਸ। ਜੀ ਬਿਲਕੁਲ। ਤੇ ਵਿਦਆਊਟ ਆਇਲਸ ਆਪਸ਼ਨ ਨੂੰ ਲੈ ਕੇ ਸਟੂਡੈਂਟਸ ਦੇ ਯੂਕੇ ਨੂੰ ਲੈ ਕੇ ਸਵਾਲ ਅਕਸਰ ਬਣੇ ਰਹਿੰਦੇ ਨੇ ਕਿ ਅਸੀਂ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਹਾਂ, ਪਰ ਕਈ ਹਰੇਕ ਕੰਸਲਟੈਂਟ ਦੇ ਆਪਣੇ ਆਪਣੇ ਵਿਊ ਹੁੰਦੇ ਨੇ। ਕੋਈ ਵਿਦਆਊਟ ਆਇਲਸ ਬਿਲਕੁਲ ਨਹੀਂ ਕਰਦੇ, ਕੋਈ ਕਹਿੰਦੇ ਨੇ ਜੀ ਅਸੀਂ ਲਗਾਤਾਰ ਕਈ ਵੀਜ਼ਾ ਲੈ ਕੇ ਆਏ ਹਾਂ ਵਿਦਆਊਟ ਆਇਲਸ। ਤੁਸੀਂ ਕੀ ਇਸ ਉੱਪਰ ਕਹੋਗੇ? ESS ਗਲੋਬਲ ਇਮੀਗ੍ਰੇਸ਼ਨਸ ਕਿਵੇਂ ਡੀਲ ਕਰਦੇ ਨੇ ਅਗਰ ਵਿਦਆਊਟ ਆਇਲਸ ਦੀ ਗੱਲ ਹੁੰਦੀ ਹੈ? ਦੇਖੋ, ਵਿਦਆਊਟ ਆਇਲਸ ਜੇ ਤੁਸੀਂ ਐਜ਼ ਐਨ ਆਰਗੇਨਾਈਜੇਸ਼ਨ ਰੂਲ ਪੁੱਛੋ, ਅਸੀਂ ਬਿਲਕੁਲ ਇਨਕਰੇਜ ਨਹੀਂ ਕਰਦੇ। ਦੋ ਕਾਰਨ, ਪਛਾਣ ਵਾਲਾ ਕੰਮ ਨਹੀਂ ਹੈ ਵੀ ਇੱਥੋਂ ਜਹਾਜ਼ ਚੜਾਇਆ ਤੇ ਜਹਾਜ਼ ਉਤਾਰਤਾ। ਕਿੰਨੀ ਵਾਰ ਹੋਇਆ ਵਿਦਆਊਟ ਆਇਲਸ ਵਾਲੇ ਬੱਚੇ 에ਅਰਪੋਰਟ ਤੇ ਸੌਰੀ ਕਹਿ ਕੇ ਵਾਪਸ 에ਅਰਪੋਰਟ ਤੋਂ ਵਾਪਸ ਮੋੜ ਦਿੱਤੇ ਜਾਂਦੇ ਨੇ, ਕਿਉਂਕਿ ਕਿਤੇ ਗੱਲ ਹੀ ਨਹੀਂ ਕਰ ਪਾਉਂਦੇ। ਟੂ ਅਸ ਐਡਮਿਸ਼ਨ ਜੋ ਬੋਲਦੀ ਹੈ, ਯੂਨੀਵਰਸਿਟੀ ਕਹਿੰਦੀ ਹੈ ਜੀ ਮੈਂ CBSE 70% ਵਾਲਾ ਬੱਚਾ ਵਿਦਆਊਟ ਆਇਲਸ ਲਵਾਂਗਾ, ਅਸੀਂ ਉਹ ਕੇਟਰ ਕਰਾਂਗੇ। ਹਾਊਐਵਰ ਕਿ ਉਹ ਬੱਚਾ ਇੰਨਾ ਕਾਬਲ ਹੈਗਾ ਉੱਥੇ ਇੰਗਲਿਸ਼ 'ਚ ਗੱਲ ਕਰ ਸਕੇ, ਕਿਉਂਕਿ ਜੇ 에ਅਰਪੋਰਟ ਤੋਂ ਵਾਪਸ ਆ ਗਿਆ ਫਿਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਫੀਸ ਦੀ। ਬਿਕੋਜ਼ ਅਸੀਂ ਪਹਿਲੇ ਦਿਨ ਕਹਿੰਦੇ ਹਾਂ ਤੁਹਾਡੀ ਇੰਗਲਿਸ਼ ਹੋਣੀ ਚਾਹੀਦੀ ਹੈ, ਤੁਸੀਂ ਗੱਲ ਸਮਝ ਸਕੋ ਤੇ ਸਮਝਾ ਸਕੋ। ਇਟ ਇਜ਼ ਨਾਟ ਅਬਾਊਟ ਸਿਰਫ ਪਹੁੰਚਣਾ, ਉੱਥੇ ਜਾ ਕੇ ਕਾਮਯਾਬ ਵੀ ਹੋਣਾ। ਇਹ ਆਇਰਨੀ ਹੈ, ਇਹ ਉਦਾਸੀ ਵਾਲਾ ਜਿਹੜਾ ਇੱਕ ਸਟੇਟਮੈਂਟ ਦੇਣ ਲੱਗਿਆ, ਪਰ ਉਹ ਰਿਐਲਿਟੀ ਹੈ ਸਾਡੇ ਇੰਡਸਟਰੀ ਦੀ। ਸਾਨੂੰ ਲੱਗਦਾ ਵੀਜ਼ਾ ਆ ਗਿਆ ਤੇ ਮੇਰੀ ਜ਼ਿੰਦਗੀ ਸੈੱਟ ਹੈ। ਆਪਾਂ ਭੁੱਲ ਜਾਂਦੇ ਹਾਂ ਵੀਜ਼ਾ ਆਉਣ ਤੋਂ ਬਾਅਦ ਜਿੱਦਣ ਤੁਸੀਂ UK 'ਚ ਲੈਂਡ ਕੀਤਾ ਜਾਂ ਕਿਸੇ ਹੋਰ ਦੇਸ਼ 'ਚ ਲੈਂਡ ਕੀਤਾ, ਸਟਰਗਲ ਤਾਂ ਉਦੋਂ ਸ਼ੁਰੂ ਹੁੰਦੀ ਹੈ। ਸਟਰਗਲ ਤੁਹਾਡੇ ਪੈਸੇ ਕਮਾਉਣ ਦੀ, ਸਟਰਗਲ ਤੁਹਾਡੇ ਐਜੂਕੇਸ਼ਨ ਸਿਸਟਮ ਨੂੰ ਸਮਝਣ ਦੀ, ਸਟਰਗਲ ਹਰੇਕ ਪਾਸੇ ਬੈਲੈਂਸ ਮੇਨਟੇਨ ਕਰਨ ਦੀ, ਸਿਹਤ ਦਾ, ਪੈਸਿਆਂ ਦਾ, ਘਰੇ ਪੈਸੇ ਭੇਜਣੇ, ਅਸਾਈਨਮੈਂਟ ਕਰਨੇ, ਬਹੁਤ ਸਾਰੀ ਚੀਜ਼ਾਂ ਦਾ ਸਟਰਗਲ ਸ਼ੁਰੂ ਹੁੰਦਾ ਹੈ। ਉਹ ਦਾਇਰਾ ਹੁੰਦਾ ਹੈ, ਉਹ ਮੌਕਾ ਹੁੰਦਾ ਜਦ ਤੁਸੀਂ ਇੱਕ ਐਕਚੁਅਲੀ ਇੰਟਰਨੈਸ਼ਨਲ ਸਟੂਡੈਂਟ ਦਾ ਫੀਲ ਲੈ ਕੇ ਨਿਕਲਦੇ ਹੋ। ਤੇ ਉਹਦੇ ਔਨ ਟੌਪ ਆਫ ਇਟ ਮੈਨੂੰ ਭਾਸ਼ਾ ਦਾ ਸਟਰਗਲ ਹੀ ਆ ਜਾਏ ਨਾ, ਮੈਂ ਆ 4-5 ਚੀਜ਼ਾਂ ਨੂੰ ਬੈਲੈਂਸ ਤਾਂ ਰੱਖ ਹੀ ਨਹੀਂ ਪਾਊਂਗਾ। ਮੈਂ ਤਾਂ ਸੌਰੀ ਸੇ ਅਗੇਨ ਇਹਨਾਂ 2 ਵਰਡ ਵਿੱਚ ਘੁੰਮ ਕੇ ਰਹਿ ਜਾਵਾਂਗਾ ਤੇ ਹਾਸ ਦਾ ਪਾਤਰ ਬਣਾਂਗਾ। ਜੇ ਹਾਸੇ ਦਾ ਪਾਤਰ ਬਣ ਗਿਆ ਤਾਂ ਮੈਂ ਕਿਤੇ ਉਹ ਕੰਮ ਤੇ ਜਾਵਾਂਗਾ ਜਿੱਥੇ ਮੈਨੂੰ ਆਪਣੇ ਪੰਜਾਬੀ ਦਿਖਣਗੇ, ਮੈਨੂੰ ਭਾਸ਼ਾ ਨਾ ਬੋਲਣੀ ਪਵੇ। ਉੱਥੇ ਐਕਸਪਲੋਇਟੇਸ਼ਨ ਸ਼ੁਰੂ ਹੋਏਗੀ ਵੀ ਮੈਂ ਤੈਨੂੰ ਪਾਉਂਡ ਨਹੀਂ ਇੰਨੇ ਦੇ ਸਕਦਾ, ਇੰਨੇ ਦੇਵਾਂਗਾ। ਉਹ ਫਿਰ ਕਹਿੰਦਾ, ਤੇ ਇਹਦਾ ਇੱਕੋ ਕਾਰਨ ਹੈ ਐਕਸਪੋਜਰ ਦਾ ਘਾਟ ਹੋਣਾ ਤੇ ਇੰਗਲਿਸ਼ ਦਾ ਨਾ ਆਉਣਾ। ਆਇਲਸ PT ਤੁਹਾਨੂੰ ਅੰਗਰੇਜ਼ੀ ਨਹੀਂ ਸਿਖਾਉਂਦੀ, ਉਹ ਤਾਂ ਇੱਕ ਟੈਸਟ ਹੈ, ਆਈ ਅੰਡਰਸਟੈਂਡ, ਬਟ ਤੁਹਾਨੂੰ ਉਹ ਮੌਕਾ ਦਿੰਦੀ ਹੈ ਤੁਹਾਨੂੰ 2-3 ਮਹੀਨੇ ਉਹ ਸਕਿੱਲ ਨੂੰ ਬਰਸ਼ ਅਪ ਕਰਨ ਦਾ। ਵੀ ਓਕੇ ਤੁਸੀਂ ਇੱਕ ਐਟਮੋਸਫੇਅਰ 'ਚ ਬੈਠ ਕੇ ਆਇਲਸ ਦਾ ਐਗਜ਼ਾਮ ਦਿੱਤਾ, 5.5-6 ਬੈਂਡ ਲਿੱਤੇ, ਕੁਛ ਤਾਂ ਵਧੀਆ ਕੀਤਾ ਹੋਣਾ ਨਾ, 1-2-3 ਬੈਂਡ ਨਹੀਂ ਆਏ, ਕੁਛ ਤਾਂ ਅੰਡਰਸਟੈਂਡਿੰਗ ਤੁਹਾਡੀ ਹੋਣੀ ਹੈ। ਇਹ ਤੁਹਾਡੀ ਇੱਕ ਪੈਨਸਲ ਘਟ ਰਹੀ ਹੈ UK ਵਾਸਤੇ, ਜਿੰਨੀ ਸ਼ਾਰਪ ਵਧੀਆ ਹੋਏਗੀ ਉਹਨੇ ਤੁਸੀਂ ਕਾਮਯਾਬ ਦੀ ਆਪਣੀ ਕਹਾਣੀ ਉੱਥੇ ਜਾ ਕੇ ਲਿਖ ਸਕਦੇ ਹੋ। ਆਇਲਸ PT ਦਾ ਸਿਰਫ ਔਰ ਸਿਰਫ ਇੰਨਾ ਇੰਪੋਰਟੈਂਸ ਹੈ ਐਜ਼ ESS ਐਜ਼ ਰੋਹਿਤ ਸੇਠੀ ਫॉर ਅਸ। ਜੀ ਬਿਲਕੁਲ ਸਰ, ਇੱਕ ਟਾਈਮ ਹੁੰਦਾ ਸੀ ਕਿ ਜਦੋਂ ਸਟੂਡੈਂਟ UK ਲਈ ਅਪਲਾਈ ਕਰਦੇ ਸੀ ਤਾਂ ਪਹਿਲਾਂ ਕੀ ਕਰਦੇ ਸੀ, ਪਹਿਲਾਂ ਕੈਨੇਡਾ ਅਪਲਾਈ ਕਰਦੇ ਸੀ, ਨਹੀਂ ਬਣੀ ਗੱਲ, ਆਸਟ੍ਰੇਲੀਆ ਅਪਲਾਈ ਕੀਤਾ, ਨਹੀਂ ਬਣੀ ਗੱਲ, ਤਾਂ UK ਅਪਲਾਈ ਕਰਦੇ ਸੀ। ਪਰ ਅੱਜ ਦੇ ਟਾਈਮ ਵਿੱਚ ਬਿਲਕੁਲ ਹੀ ਟ੍ਰੈਂਡ ਚੇਂਜ ਹੋ ਚੁੱਕਿਆ ਹੈ, ਸਟੂਡੈਂਟਸ ਦੀ ਪਹਿਲੀ ਆਪਸ਼ਨ ਵੀ UK ਹੁੰਦੀ ਹੈ। ਤੇ ਕੀ ਲੱਗਦਾ ਹੈ ਕਿ ਕੁਝ ਸਾਲਾਂ ਦੇ ਵਿੱਚ ਕਿੱਥੇ UK ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਸਟੂਡੈਂਟਸ ਦੀ ਪ੍ਰਾਇੋਰਟੀ ਵੀ ਇੱਧਰ ਨੂੰ ਹੁਣ ਦੇਖੀ ਜਾ ਰਹੀ ਹੈ? ਦੇਖੋ, UK ਵੀਜ਼ਾ ਇਜ਼ ਆਲਮੋਸਟ 100%, ਦੈਟ ਇਜ਼ ਫਸਟ ਐਡਵਾਂਟੇਜ ਜਿਹੜਾ UK ਦਿੰਦਾ ਹੈ। 100% ਵੀਜ਼ਾ ਹਰ ਕੋਈ ਆਪਣਾ ਪ੍ਰੋਸੈਸ ਉਦੋਂ ਸ਼ੁਰੂ ਕਰਦਾ ਜਦ ਉਹਨੂੰ ਲੱਗਦਾ ਮੇਰਾ ਵੀਜ਼ਾ ਆ ਹੀ ਜਾਣਾ, ਕਿਉਂਕਿ ਸੁਪਨੇ ਨਾਲ ਬੰਨੇ ਸ਼ੁਰੂ ਹੋ ਜਾਂਦੇ ਆ ਤੁਹਾਡੇ, ਬਾਹਰ ਜਾ ਕੇ ਕੀ ਕਰਾਂਗੇ ਕੀ ਨਹੀਂ ਕਰਾਂਗੇ, ਗੱਲਾਂ ਬਾਤਾਂ ਸ਼ੁਰੂ ਹੁੰਦੀਆਂ, ਉੱਥੋਂ ਦੇ ਦੋਸਤਾਂ ਦੇ ਨਾਲ ਕੰਮ ਲੱਭ ਲਈ, ਮੈਂ ਪਹੁੰਚ ਗਿਆ। UK ਨੇ ਉਹ ਇੰਪ੍ਰੈਸ਼ਨ ਦੇ ਦਿੱਤਾ ਐਜ਼ ਅ ਸਟੂਡੈਂਟ ਟੂ ਅਸ, 100% ਵੀਜ਼ਾ, ਦੈਟ ਇਜ਼ ਵਨ ਐਡਵਾਂਟੇਜ। ਸੈਕਿੰਡ, ਅੱਜ ਦੇਖਿਆ ਗਿਆ ਬੈਚਲਰ ਡਿਗਰੀ ਤੋਂ ਜ਼ਿਆਦਾ ਮਾਸਟਰਸ ਵਾਲਿਆਂ ਦਾ ਜ਼ਿਆਦਾ ਟ੍ਰੈਂਡ UK ਵਾਲੇ ਪਾਸੇ ਹੈ। ਜੇ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ ਜਾਂਦਾ, ਨਵੀਂ ਫਰੈਸ਼ ਪ੍ਰੋਫਾਈਲ ਹੈ, ਤਾਂ ਉਹਦੀ ਸੈਕਿੰਡ ਆਪਸ਼ਨ ਆਸਟ੍ਰੇਲੀਆ ਬਣਦੀ ਹੈ, UK ਨਹੀਂ ਬਣਦੀ, ਕਿਉਂਕਿ UK ਦੇ ਵਿੱਚ ਕਿਤੇ ਨਾ ਕਿਤੇ ਅਰਨਿੰਗ ਦਾ ਬੜਾ ਚੈਲੰਜ ਹੈ, ਆਪਣੇ 3-3 ਸਾਲਾਂ ਦੀ ਫੀਸਾਂ ਕੱਢਣੀਆਂ। ਵੈਰਐਜ਼ ਮਾਸਟਰਸ ਵਾਲਾ ਬੱਚਾ ਇੱਥੋਂ 6-7 ਹਜ਼ਾਰ ਪਾਉਂਡ ਦੇ ਕੇ ਜਾਂਦਾ ਹੈ, ਸਪਾਊਸ ਦੇ ਨਾਲ ਜਾਂਦਾ ਹੈ, ਅਗਲੀ ਕਿਸ਼ਤ ਜਿਹੜੀ ਹੈ 5-6 ਹਜ਼ਾਰ ਪਾਉਂਡ ਦੀ ਰਹਿ ਜਾਂਦੀ ਹੈ, ਤੇ ਸਪਾਊਸ ਕਿਤੇ ਨਾ ਕਿਤੇ ਹਿੰਮਤ ਮਾਰ ਕੇ ਫੁੱਲ ਟਾਈਮ ਕੰਮ ਹੈ ਉਹ ਪੈਸੇ ਕੱਢ ਲੈਂਦੇ ਆ। ਸਿੰਗਲ ਬੱਚੇ ਵਾਸਤੇ ਕਈ ਵਾਰ UK ਬੈਚਲਰ ਡਿਗਰੀ ਬਹੁਤ ਔਖਾ ਹੁੰਦਾ ਪੈਸੇ ਕੱਢਣਾ, ਕਿਉਂਕਿ ਅਰਨਿੰਗ ਪੋਟੈਂਸ਼ੀਅਲ ਨਹੀਂ ਹੈ। ਉਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਅਰਨਿੰਗ ਪੋਟੈਂਸ਼ੀਅਲ ਨੈਕਸਟ ਲੈਵਲ ਤੇ ਹੈ। ਉੱਥੇ ਕਦੇ ਬੱਚਾ ਇਹ ਨਹੀਂ ਕਹਿੰਦਾ ਮੇਰੇ ਕੋਲ ਫੀਸ ਜੋਗੇ ਪੈਸੇ ਨਹੀਂ ਹੈ, ਉਹਨਾਂ ਦਾ ਚੈਲੰਜ ਵੱਖਰਾ ਹੈ, ਬੱਚਾ ਜੋ ਕਰਦਾ ਉੱਥੇ ਕਰਦਾ। ਤਾਂ ਕੈਨੇਡਾ ਦਾ ਰਿਜੈਕਸ਼ਨ, ਕੈਨੇਡਾ 6 ਈਚ ਆ ਜਾਂਦੇ ਨੇ ਬਾਏ ਡਿਫਾਲਟ, ਬੱਚਾ ਕਹਿੰਦਾ ਮੇਰੀ ਪਹਿਲੀ ਆਪਸ਼ਨ ਕੈਨੇਡਾ। ਕੈਨੇਡਾ ਗੈਪ ਵੀ ਲੈ ਲੈਂਦਾ 1-2 ਸਾਲਾਂ ਦੇ, ਕੋਈ ਸਮੱਸਿਆ ਨਹੀਂ। ਬਾਰ-ਬਾਰ ਰਿਫਿਊਜ਼ਲ ਹੈ, ਤੁਸੀਂ ਅਪਲਾਈ ਵੀ ਕਰ ਸਕਦੇ ਹੋ, ਉਸ 'ਚ ਵੀ ਕੋਈ ਸਮੱਸਿਆ ਨਹੀਂ। ਤਾਂ ਕੈਨੇਡਾ ਹਰ ਪਾਸੇ ਸਪੋਰਟ ਕਰਦਾ, ਬਟ ਜਦ ਇੱਕ ਵਾਰ ਬੱਚੇ ਦਾ ਮਨ ਉੱਠ ਜਾਂਦਾ ਕੈਨੇਡਾ ਤੋਂ, ਫਿਰ ਉਹ ਦੂਜੇ ਤੀਜੀ ਆਪਸ਼ਨ ਲੈ ਕੇ ਚੱਲਦਾ। ਐਂਡ UK ਮਾਸਟਰਸ ਲੈਵਲ ਵਾਸਤੇ ਬਾਈ ਡਿਫਾਲਟ ਨੰਬਰ 2 ਆਪਸ਼ਨ ਹੈ ਕੈਨੇਡਾ ਤੋਂ ਬਾਅਦ।
ਐਂਡ ਬੈਚਲਰ ਵਾਸਤੇ ਨੰਬਰ 2 ਆਪਸ਼ਨ ਹੈ ਆਫਟਰ ਕੈਨੇਡਾ। ਜੀ ਚਲੋ ਠੀਕ ਹੈ ਜੀ ਜੀ ਬਿਲਕੁਲ। ਤੇ ਇੱਕ ਹੋਰ ਸਵਾਲ ਜਿਹੜਾ ਇਨਰ ਲੰਡਨ ਤੇ ਆਊਟਰ ਲੰਡਨ ਨੂੰ ਲੈ ਕੇ ਵੀ ਸਟੂਡੈਂਟਸ ਦਾ ਰਹਿੰਦਾ ਕਿ ਕੀ ਇਹ ਵੀ ਪ੍ਰੈਫਰੈਂਸ ਕਰਨ ਨਾਲ ਕਿ ਆਪਾਂ ਇਨਰ ਲੰਡਨ ਜਾਈਏ ਜਾਂ ਆਊਟਰ ਲੰਡਨ ਜਾਈਏ, ਵੀਜ਼ਾ ਜਲਦੀ ਜਾਂ ਸਕਸੈਸ ਰੇਟ ਵਿੱਚ ਕੋਈ ਫਰਕ ਪੈਂਦਾ? ਖਰਚੇ ਨੂੰ ਲੈ ਕੇ ਜ਼ਰੂਰ ਇੱਥੇ ਮੈਂ ਜਾਣਨਾ ਚਾਹੂੰਗੀ, ਲਿਵਿੰਗ ਐਕਸਪੈਂਸਿਸ ਨੂੰ ਲੈ ਕੇ, ਫੀਸ ਨੂੰ ਲੈ ਕੇ ਕਿੰਨਾ ਕੁ ਫਰਕ ਰਹਿੰਦਾ ਹੈ? ਦੇਖੋ ਇਨਰ ਲੰਡਨ ਉਹਨਾਂ ਦੀ ਆਪਸ਼ਨ ਹੈ ਜਿਨ੍ਹਾਂ ਦੇ ਭੂਆ ਜੀ ਫੁੱਫੜ ਜੀ ਹੈ, ਸਿੰਪਲ। ਬੱਚਾ ਬਾਏ ਚੋਇਸ ਉੱਥੇ ਨਹੀਂ ਜਾਂਦਾ, ਰਹਿੰਦਾ ਨਹੀਂ, ਐਟਲੀਸਟ ਯੂਨੀਵਰਸਿਟੀ ਜ਼ਰੂਰ ਹੋ ਸਕਦੀ ਉਹਦੀ ਉੱਥੇ, ਪਰ ਰਹਿੰਦਾ ਨਹੀਂ ਹੈਗਾ। ਇਨਰ ਲੰਡਨ, ਆਊਟਰ ਲੰਡਨ ਇੱਕ ਗਵਰਨਮੈਂਟ ਦੇ 2 ਏਰੀਆਜ਼ ਨੇ ਜਿੱਥੇ ਉਹ ਬੱਚੇ ਨੂੰ ਪਹਿਲਾਂ ਅਗਾਹ ਕਰਨਾ ਚਾਹੁੰਦੇ ਆ, ਜੇ ਤੁਸੀਂ ਇਸ ਏਰੀਆ ਦੇ ਵਿੱਚ ਆਉਂਦੇ ਹੋ ਤੁਹਾਡਾ ਰਹਿਣ ਸਹਿਣ ਦਾ ਖਰਚਾ, ਤੁਹਾਡੀ ਜਿਹੜੀ ਰੋਜ਼ ਦੀ ਸ਼ਾਪਿੰਗ ਹੈ ਉਹ ਮਹਿੰਗੀ ਹੋ ਸਕਦੀ ਕਿਉਂਕਿ ਏਰੀਆ ਮਹਿੰਗਾ ਹੈ। ਇਟ ਇਜ਼ ਲਾਈਕ ਚੰਡੀਗੜ੍ਹ ਦੇ ਵਿੱਚ ਪਹਿਲੇ 10 ਸੈਕਟਰ ਜਿਹੜੇ ਸਿੰਗਲ ਸੈਕਟਰ ਨੇ ਉਹ ਐਕਸਪੈਂਸਿਵ ਮੰਨੇ ਜਾਂਦੇ ਨੇ, ਕਿਉਂਕਿ ਜੇ ਮੈਂ ਪ੍ਰਾਪਰਟੀ ਲੈਣੀ ਹੈ ਮੈਨੂੰ ਪਤਾ ਹੋਵੇ 30-35 ਕਰੋੜ ਤੋਂ ਥੱਲੇ ਉੱਥੇ ਕੁਝ ਨਹੀਂ ਹੈਗਾ। ਹੁਣ ਜੇ ਇਹੀ ਮੈਂ ਆਊਟਰ ਚੰਡੀਗੜ੍ਹ 'ਚ ਆ ਜਾਵਾਂਗਾ ਇੱਧਰ 48, 49 ਜਾਂ 36, 37, ਉਹ 35-40 ਕਿਤੇ ਨਾ ਕਿਤੇ ਬਹੁਤ ਘੱਟ ਜਾਏਗਾ, ਕਿਉਂਕਿ ਉੱਥੇ ਕਾਸਟ ਲੈਂਡ ਦੀ, ਰਹਿਣ ਦਾ ਖਰਚਾ ਚਾਹੇ ਕਿਰਾਏ 'ਤੇ ਮੈਂ ਜਾਣਾ ਹੈ ਬਹੁਤ ਘੱਟ ਜਾਏਗਾ। ਤਾਂ ਉਹ ਇੰਡੀਕੇਸ਼ਨ ਹੈ ਸਰਕਾਰ ਵੱਲੋਂ, ਐਜ਼ ਅ ਸਟੂਡੈਂਟ ਯੂ ਸ਼ੁੱਡ ਨੋ ਤੁਸੀਂ ਕਿਹੜੇ ਏਰੀਆ 'ਚ ਆਉਂਦੇ ਪਏ ਹੋ ਅਤੇ ਉੱਥੇ ਰਿਕਮੈਂਡਡ ਐਕਸਪੈਂਸ ਕਿੰਨਾ ਹੈ, ਉਹ ਤੁਸੀਂ ਆਪਣਾ ਇੰਤਜ਼ਾਮ ਕਰਕੇ ਆਣਾ ਜੋ ਤੁਸੀਂ ਵੀਜ਼ਾ ਫਾਈਲ ਦੇ ਵਿੱਚ ਦਿਖਾਉਂਦੇ ਹੋ। ਜੀ 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 ਬਿਲਕੁਲ। ਸੋ ਤੁਸੀਂ ਸਾਰਿਆਂ ਹੀ ਸਟੂਡੈਂਟਸ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਅਪਲਾਈ ਕਰਨਾ ਹੈ। ਬਾਕੀ ਬੇਸਿਕ ਚੀਜ਼ ਇਹ ਹੁੰਦੀ ਹੈ ਕਿ ਕਦੀ ਵੀ ਇੰਗਲਿਸ਼ ਤੋਂ ਨਾ ਘਬਰਾਇਆ ਕਰੋ, ਇਹ ਹਮੇਸ਼ਾ ਹੀ ਅਸੀਂ ਆਪਣੇ ਇਸ ਸ਼ੋਅ ਦੇ ਜ਼ਰੀਏ ਵੀ ਇਹੀ ਮੈਸੇਜ ਦਿੰਦੇ ਹਾਂ, ਔਰ ਜੈਨੂਅਨ ਵੇ ਦੇ ਨਾਲ ਹੀ ਅਪਲਾਈ ਕਰਿਆ ਕਰੋ ਤਾਂ ਕਿ ਤੁਹਾਨੂੰ ਅੱਗੇ ਚੱਲ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ, ਕਿਉਂਕਿ ਸਟਾਰਟਿੰਗ ਵਿੱਚ ਅਗਰ ਤੁਸੀਂ ਕੁਝ ਫਰਾਡ ਡਾਕੂਮੈਂਟਸ ਲਗਾਉਂਦੇ ਹੋ ਤਾਂ PR ਵੇਲੇ ਅੱਗੇ ਤੁਹਾਨੂੰ ਮੁਸ਼ਕਿਲ ਜ਼ਰੂਰ ਫੇਸ ਕਰਨੀ ਪੈ ਸਕਦੀ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਅੱਗੇ ਵਧਿਆ ਕਰੋ ਔਰ ਚੰਗੀ ਆਪਸ਼ਨ ਦੇ ਨਾਲ ਆਪਣਾ ਸਟੱਡੀ ਵੀਜ਼ਾ ਲੈਣ ਦਾ ਸੁਪਨਾ ਸਾਕਾਰ ਕਰੋ। ਔਰ ਬਹੁਤ ਬਹੁਤ ਥੈਂਕਸ ਸਰ ਕਿ ਤੁਸੀਂ ਅੱਜ UK ਬਾਰੇ ਬਹੁਤ ਚੰਗੀਆਂ ਚੀਜ਼ਾਂ ਔਰ ਬਹੁਤ ਇਨਫੋਰਮੇਟਿਵ ਗੱਲਾਂ ਸਟੂਡੈਂਟਸ ਦੇ ਨਾਲ ਸ਼ੇਅਰ ਕੀਤੀਆਂ ਨੇ। ਬਾਕੀ ਕੋਈ ਸਵਾਲ ਹੋਵੇ ਤੁਹਾਡਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਤਾਂ ਕਿ ਟਾਈਮਲੀ ਸਹੀ ਡਿਸੀਜਨ ਤੁਸੀਂ ਲਓ। ਫਿਲਹਾਲ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।